ਪਿਆਰੇ ਵਿਦਿਆਰਥੀਓ, ਅਸੀਂ ਅੱਜ ਜਿਹੜਾ ਸਾਇੰਸ ਦਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਕੁਝ ਸਾਇੰਸ ਦੀਆਂ ਟਰਮਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਅਸੀਂ ਪਿਛਲੀਆਂ ਜਮਾਤਾਂ ਵਿੱਚ ਬੜੇ ਵਿਸਥਾਰਪੂਰਵਕ ਪੜ੍ਹ ਚੁੱਕੇ ਹਾਂ। ਜਿਵੇਂ ਕਿ ਬਲ ਕੀ ਹੁੰਦਾ ਹੈ, ਗਤੀ ਜਾਂ ਵੇਗ ਕੀ ਹੁੰਦੀ ਹੈ, ਪ੍ਰਵੇਗ ਕੀ ਹੁੰਦਾ ਹੈ, ਕੀ ਬਲ ਲਗਾਉਣ ਨਾਲ ਪ੍ਰਵੇਗ ਪੈਦਾ ਹੁੰਦਾ ਹੈ, ਕਿਸੇ ਵਸਤੂ ਦੀ ਅਵਸਥਾ ਬਦਲਣ ਲਈ ਕੀ ਬਲ ਲਗਾਉਣਾ ਜ਼ਰੂਰੀ ਹੈ ਜਾਂ ਨਹੀਂ, ਭਾਵ ਕਿ ਬਲ ਲਗਾਉਣ ਨਾਲ ਕੀ ਗਤੀਮਾਨ ਵਸਤੂ ਨੂੰ ਵਿਰਾਮ 'ਚ ਲਿਆਂਦਾ ਜਾ ਸਕਦਾ ਹੈ ਜਾਂ ਫਿਰ ਵਿਰਾਮ ਖੜੀ ਵਸਤੂ ਨੂੰ ਬਲ ਲਗਾ ਕੇ ਗਤੀਮਾਨ ਕੀਤਾ ਜਾ ਸਕਦਾ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਹੁਣ ਤੱਕ ਮੇਰੀ ਗੱਲਬਾਤ ਤੋਂ ਇਸ ਗੱਲ ਦਾ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਅਸੀਂ ਅੱਜ ਬਲ ਅਤੇ ਗਤੀ ਬਾਰੇ ਕੁਝ ਹੋਰ ਨਵੀਆਂ ਗੱਲਾਂ, ਕੁਝ ਨਵੇਂ ਭੇਦਾਂ ਬਾਰੇ ਸਿੱਖਣ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਸਾਡੇ ਪਾਠ ਦਾ ਨਾਮ ਹੈ ਬਲ ਅਤੇ ਗਤੀ ਦੇ ਨਿਯਮ। ਸੋ ਅੱਜ ਅਸੀਂ ਗਤੀ ਦੇ ਵੱਖ-ਵੱਖ ਨਿਯਮਾਂ ਅਤੇ ਇਹਨਾਂ ਨਾਲ ਸੰਬੰਧਿਤ ਕੁਝ ਹੋਰ ਰੌਚਕ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਵਿਦਿਆਰਥੀਓ, ਇਸ ਵੇਲੇ ਸਕਰੀਨ ਉੱਪਰ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਸਦੀ ਦੇ ਮਹਾਨ ਵਿਗਿਆਨੀ ਸਰ ਇਜ਼ਾਕ ਨਿਊਟਨ ਦੀ ਤਸਵੀਰ ਹੈ, ਜਿਨ੍ਹਾਂ ਨੇ ਸਾਨੂੰ ਸਾਡੇ ਰੋਜ਼ਾਨਾ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਨੂੰ ਵੇਖਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ। ਸਰ ਨਿਊਟਨ ਨੇ ਬਲ ਅਤੇ ਗਤੀ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ। ਨਿਊਟਨ ਨੇ ਹੀ 3 ਬੁਨਿਆਦੀ ਸਿਧਾਂਤ ਪੇਸ਼ ਕੀਤੇ ਜੋ ਕਿ ਕਿਸੇ ਵਸਤੂ ਦੀ ਗਤੀ ਦਾ ਵਰਣਨ ਕਰਦੇ ਹਨ। ਇਹਨਾਂ ਨਿਯਮਾਂ ਨੂੰ ਨਿਊਟਨ ਦੇ ਗਤੀ ਦੇ ਨਿਯਮਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਅਸੀਂ ਸਭ ਤੋਂ ਪਹਿਲਾਂ ਨਿਊਟਨ ਦੁਆਰਾ ਦਿੱਤੇ ਗਏ ਗਤੀ ਦੇ ਪਹਿਲੇ ਨਿਯਮ ਬਾਰੇ ਜਾਣੀਏ। ਵਿਦਿਆਰਥੀਓ, ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੇਖਦੇ ਹਾਂ ਕਿ ਕਿਸੇ ਵਸਤੂ ਨੂੰ ਗਤੀ ਵਿੱਚ ਲਿਆਉਣ ਲਈ ਅਤੇ ਗਤੀ ਕਰਦੀ ਵਸਤੂ ਨੂੰ ਰੋਕਣ ਲਈ ਬਲ ਦੀ ਜ਼ਰੂਰਤ ਹੁੰਦੀ ਹੈ। ਬੱਚਿਓ, ਤੁਸੀਂ ਸਾਰੇ ਖੇਡ ਮੈਦਾਨ ਵਿੱਚ ਤਾਂ ਅਕਸਰ ਹੀ ਜਾਂਦੇ ਹੋ। ਉੱਥੇ ਤੁਸੀਂ ਖਿਡਾਰੀਆਂ ਨੂੰ ਖੇਡ ਮੈਦਾਨ ਵਿੱਚ ਫੁੱਟਬਾਲ ਜਾਂ ਹਾਕੀ ਖੇਡਦੇ ਹੋਏ ਅਕਸਰ ਵੇਖਿਆ ਹੋਵੇਗਾ। ਫੁੱਟਬਾਲ ਦਾ ਖਿਡਾਰੀ ਜਦੋਂ ਫੁੱਟਬਾਲ ਨੂੰ ਕਿੱਕ ਮਾਰਦਾ ਹੈ ਤਾਂ ਫੁੱਟਬਾਲ ਕੁਝ ਦੇਰ ਮੈਦਾਨ 'ਚ ਚੱਲਣ ਤੋਂ ਬਾਅਦ ਆਪਣੇ ਆਪ ਰੁਕ ਜਾਂਦੀ ਹੈ। ਜਾਂ ਫਿਰ ਹਾਕੀ ਦਾ ਖਿਡਾਰੀ ਜਦੋਂ ਹਾਕੀ ਸਟਿੱਕ ਨਾਲ ਗੇਂਦ ਤੇ ਬਲ ਲਗਾਉਂਦਾ ਹੈ ਤਾਂ ਗੇਂਦ ਮੈਦਾਨ 'ਚ ਕੁਝ ਦੂਰੀ ਤੱਕ ਰਿੜਨ ਤੋਂ ਬਾਅਦ ਰੁਕ ਜਾਂਦੀ ਹੈ। ਪਰ ਫੁੱਟਬਾਲ ਜਾਂ ਫਿਰ ਗੇਂਦ ਨੂੰ ਤਾਂ ਉਦੋਂ ਤੱਕ ਚੱਲਦੇ ਰਹਿਣਾ ਚਾਹੀਦਾ ਸੀ ਜਦੋਂ ਤੱਕ ਬਾਹਰੀ ਬਲ ਆ ਕੇ ਉਸ ਨੂੰ ਨਾ ਰੋਕਦਾ। ਇਸ ਨੂੰ ਹੀ ਨਿਊਟਨ ਦਾ ਪਹਿਲਾ ਨਿਯਮ ਕਿਹਾ ਜਾਂਦਾ ਹੈ। ਸੋ ਨਿਊਟਨ ਦੇ ਪਹਿਲੇ ਨਿਯਮ ਨੂੰ ਅਸੀਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। ਹਰੇਕ ਵਸਤੂ ਆਪਣੀ ਵਿਰਾਮ ਦੀ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਵਿੱਚ ਕੰਮ ਨਹੀਂ ਕਰਦਾ। ਅਗਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ ਤਾਂ ਉਹ ਵਿਰਾਮ ਅਵਸਥਾ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰੇਗੀ ਅਤੇ ਜੇਕਰ ਵਸਤੂ ਗਤੀ ਦੀ ਅਵਸਥਾ ਵਿੱਚ ਹੈ ਤਾਂ ਉਹ ਗਤੀਮਾਨ ਰਹਿਣ ਦੀ ਹੀ ਕੋਸ਼ਿਸ਼ ਕਰੇਗੀ। ਵਸਤੂਆਂ ਦੇ ਇਸ ਗੁਣ ਨੂੰ ਜੜਤਾ ਕਿਹਾ ਜਾਂਦਾ ਹੈ। ਇਸੇ ਕਰਕੇ ਵਿਦਿਆਰਥੀਓ, ਗਤੀ ਦੇ ਪਹਿਲੇ ਨਿਯਮ ਨੂੰ ਜੜਤਾ ਦਾ ਨਿਯਮ ਜਾਂ ਫਿਰ ਲਾ ਆਫ ਇਨਰਸ਼ੀਆ ਵੀ ਕਿਹਾ ਜਾਂਦਾ ਹੈ। ਤੁਸੀਂ ਹੁਣ ਇੱਕ ਨਵੇਂ ਸ਼ਬਦ ਜੜਤਾ ਜਾਂ ਇਨਰਸ਼ੀਆ ਨਾਲ ਜਾਣੂ ਹੋ ਚੁੱਕੇ ਹੋ। ਆਓ ਅਸੀਂ ਹੁਣ ਇਸ ਬਾਰੇ ਹੋਰ ਵੀ ਰੌਚਕ ਜਾਣਕਾਰੀ ਪ੍ਰਾਪਤ ਕਰੀਏ ਅਤੇ ਵੇਖੀਏ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਦੀ ਕੀ ਮਹੱਤਤਾ ਹੈ। ਵਿਦਿਆਰਥੀਓ, ਤੁਸੀਂ ਸਾਰਿਆਂ ਨੇ ਕਦੀ ਨਾ ਕਦੀ ਬੱਸ ਵਿੱਚ ਸਫ਼ਰ ਤਾਂ ਜ਼ਰੂਰ ਕੀਤਾ ਹੋਵੇਗਾ। ਤੁਸੀਂ ਵੇਖਿਆ ਹੋਵੇਗਾ ਕਿ ਅਗਰ ਕੋਈ ਖੜੀ ਬੱਸ ਅਚਾਨਕ ਚੱਲਦੀ ਹੈ ਤਾਂ ਉਸ ਵਿੱਚ ਖੜੀ ਸਵਾਰੀ ਪਿਛਲੇ ਪਾਸੇ ਵੱਲ ਅਚਾਨਕ ਡਿੱਗ ਪੈਂਦੀ ਹੈ। ਕਦੇ ਸੋਚਿਆ ਕਿ ਅਜਿਹਾ ਕਿਉਂ ਹੁੰਦਾ ਹੈ? ਅਜਿਹਾ ਵਿਰਾਮ ਅਵਸਥਾ ਦੀ ਜੜਤਾ ਕਾਰਨ ਹੁੰਦਾ ਹੈ। ਅਸੀਂ ਇਸ ਚੀਜ਼ ਨੂੰ ਥੋੜ੍ਹਾ ਵਿਸਥਾਰਪੂਰਵਕ ਸਮਝਣ ਦੀ ਕੋਸ਼ਿਸ਼ ਕਰਾਂਗੇ। ਯਾਤਰੀ ਬੱਸ ਦੇ ਨਾਲ ਹੀ ਆਰਾਮ ਅਵਸਥਾ ਵਿੱਚ ਖੜਾ ਹੁੰਦਾ ਹੈ, ਪਰ ਬੱਸ ਦੇ ਅਚਾਨਕ ਗਤੀ 'ਚ ਆ ਜਾਣ ਕਾਰਨ ਯਾਤਰੀ ਦੇ ਸਰੀਰ ਦੇ ਹੇਠਾਂ ਵਾਲਾ ਹਿੱਸਾ, ਜੋ ਕਿ ਬੱਸ ਦੇ ਫਰਸ਼ ਦੇ ਸੰਪਰਕ ਵਿੱਚ ਹੈ, ਬੱਸ ਦੇ ਨਾਲ ਹੀ ਗਤੀ ਵਿੱਚ ਆ ਜਾਂਦਾ ਹੈ। ਪਰ ਸਰੀਰ ਦੇ ਉੱਪਰਲੇ ਹਿੱਸੇ ਨੇ ਵਿਰਾਮ ਜੜਤਾ ਕਾਰਨ ਗਤੀ ਦਾ ਵਿਰੋਧ ਕਰਨਾ ਹੈ। ਇਸੇ ਕਰਕੇ ਉਸ ਯਾਤਰੀ ਦਾ ਉੱਪਰਲਾ ਹਿੱਸਾ ਆਪਣੀ ਜਗ੍ਹਾ ਤੇ ਰਹਿਣ ਦਾ ਯਤਨ ਕਰਦਾ ਹੈ, ਪਰ ਸਰੀਰ ਦਾ ਹੇਠਲਾ ਹਿੱਸਾ ਬੱਸ ਨਾਲ
ਗਤੀ 'ਚ ਆ ਜਾਂਦਾ ਹੈ। ਇਸ ਕਰਕੇ ਯਾਤਰੀ ਪਿੱਛੇ ਵੱਲ ਨੂੰ ਡਿੱਗ ਜਾਂਦਾ ਹੈ। ਇਸ ਨੂੰ ਹੀ ਵਿਰਾਮ ਜੜਤਾ ਕਹਿੰਦੇ ਹਨ। ਇਸ ਦਾ ਭਾਵ ਹੈ ਵਿਰਾਮ ਜੜਤਾ ਨੂੰ ਹੀ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਕਰ ਸਕਦੇ ਹਾਂ। ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਨਾ ਹੀ ਵਿਰਾਮ ਜੜਤਾ ਅਖਵਾਉਂਦਾ ਹੈ, ਜਿਸ ਨੂੰ ਅਸੀਂ ਇਨਰਸ਼ੀਆ ਆਫ ਰੈਸਟ ਵੀ ਕਹਿੰਦੇ ਹਾਂ। ਵਿਦਿਆਰਥੀਓ, ਆਓ ਅਸੀਂ ਹੁਣ ਬੱਸ ਦੇ ਇੱਕ ਹੋਰ ਅਨੁਭਵ ਨੂੰ ਵਾਚੀਏ। ਵਿਦਿਆਰਥੀਓ, ਇਹ ਸੋਚਣ ਦਾ ਯਤਨ ਕਰੀਏ ਕਿ ਕੀ ਹੁੰਦਾ ਹੈ ਜਦੋਂ ਚੱਲਦੀ ਬੱਸ ਅਚਾਨਕ ਬ੍ਰੇਕ ਲਗਾਉਂਦੀ ਹੈ ਤੇ ਉਸ ਸਮੇਂ ਬੱਸ ਵਿੱਚ ਖੜੀ ਸਵਾਰੀਆਂ ਨਾਲ ਕੀ ਘਟਨਾ ਵਾਪਰਦੀ। ਕਿਉਂਕਿ ਸਾਡਾ ਸਰੀਰ ਗਤੀ ਜੜਤਾ ਦੇ ਕਾਰਨ ਬੱਸ ਦੀ ਗਤੀ ਦੇ ਨਾਲ ਹੀ ਗਤੀ ਵਿੱਚ ਹੁੰਦਾ ਹੈ। ਇਸ ਕਰਕੇ ਜਦੋਂ ਬੱਸ ਦੀ ਅਚਾਨਕ ਬ੍ਰੇਕ ਲਗਾਈ ਜਾਂਦੀ ਹੈ ਤਾਂ ਯਾਤਰੀ ਅੱਗੇ ਵੱਲ ਨੂੰ ਡਿੱਗ ਪੈਂਦੇ ਹਨ। ਇਹ ਤੁਸੀਂ ਮਹਿਸੂਸ ਕੀਤਾ ਹੋਏਗਾ ਤੇ ਵੇਖਿਆ ਵੀ ਹੋਏਗਾ, ਕਿਉਂਕਿ ਸਰੀਰ ਦਾ ਉੱਪਰਲਾ ਹਿੱਸਾ ਗਤੀ ਜੜਤਾ ਦੇ ਕਾਰਨ ਗਤੀ ਵਿੱਚ ਰਹਿਣ ਦਾ ਹੀ ਯਤਨ ਕਰਦਾ ਹੈ, ਪਰ ਸਰੀਰ ਦਾ ਹੇਠਲਾ ਹਿੱਸਾ ਬੱਸ ਦੇ ਫਰਸ਼ ਦੇ ਸੰਪਰਕ 'ਚ ਹੋਣ ਕਾਰਨ ਵਿਰਾਮ 'ਚ ਆ ਗਿਆ ਹੁੰਦਾ ਹੈ। ਇਸ ਕਰਕੇ ਸਰੀਰ ਦਾ ਉੱਪਰਲਾ ਹਿੱਸਾ ਗਤੀ ਜੜਤਾ ਦੇ ਕਰਕੇ ਅੱਗੇ ਨੂੰ ਡਿੱਗ ਪੈਂਦਾ ਹੈ। ਕਿਸੇ ਵਸਤੂ ਦਾ ਗਤੀ ਅਵਸਥਾ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਨਾ ਹੀ ਗਤੀ ਜੜਤਾ ਅਖਵਾਉਂਦਾ ਹੈ, ਜਿਸ ਨੂੰ ਕਿ ਅਸੀਂ ਇਨਰਸ਼ੀਆ ਆਫ ਮੋਸ਼ਨ ਵੀ ਕਹਿੰਦੇ ਹਾਂ। ਸੋ ਬੱਚਿਓ, ਇਹਨਾਂ ਅਨੁਭਵਾਂ ਤੋਂ ਇਲਾਵਾ ਤੁਸੀਂ ਬੱਸ ਵਿੱਚ ਇੱਕ ਹੋਰ ਅਨੁਭਵ ਵੀ ਜ਼ਰੂਰ ਮਹਿਸੂਸ ਕੀਤਾ ਹੋਵੇਗਾ। ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕੋਈ ਤੇਜ਼ ਚੱਲਦੀ ਬੱਸ ਅਚਾਨਕ ਦਿਸ਼ਾ ਬਦਲ ਕੇ ਸੱਜੇ ਪਾਸੇ ਮੁੜਦੀ ਹੈ ਤਾਂ ਸਭ ਸਵਾਰੀਆਂ ਖੱਬੇ ਪਾਸੇ ਵੱਲ ਝੁਕ ਜਾਂਦੀਆਂ ਹਨ। ਇਹ ਕਿਉਂ ਹੁੰਦਾ ਹੈ? ਜਰਾ ਸੋਚੋ। ਤੁਹਾਡੇ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਇਹ ਜ਼ਰੂਰ ਹੀ ਸਮਝ ਆ ਗਿਆ ਹੋਵੇਗਾ ਕਿ ਇਹ ਇੱਕ ਤੀਸਰੀ ਕਿਸਮ ਦੀ ਜੜਤਾ, ਜਿਸ ਨੂੰ ਕਿ ਅਸੀਂ ਦਿਸ਼ਾ ਜੜਤਾ ਕਹਿੰਦੇ ਹਾਂ, ਉਸ ਦੇ ਕਾਰਨ ਹੀ ਹੁੰਦਾ ਹੈ। ਸੋ ਉਹ ਜੜਤਾ ਜਿਹੜੀ ਕਿਸੇ ਵਸਤੂ ਨੂੰ ਉਸ ਦੀ ਦਿਸ਼ਾ ਬਦਲਣ ਤੋਂ ਰੋਕਦੀ ਹੈ, ਉਸ ਜੜਤਾ ਨੂੰ ਦਿਸ਼ਾ ਜੜਤਾ ਕਿਹਾ ਜਾਂਦਾ ਹੈ ਜਾਂ ਇਨਰਸ਼ੀਆ ਆਫ ਡਾਇਰੈਕਸ਼ਨ ਕਿਹਾ ਜਾਂਦਾ ਹੈ। ਸੋ ਮੈਨੂੰ ਪੂਰੀ ਆਸ ਹੈ ਕਿ ਸਾਰੇ ਵਿਦਿਆਰਥੀਆਂ ਨੇ ਹੁਣ ਤੱਕ ਜੜਤਾ ਸ਼ਬਦ ਨਾਲ ਪੂਰੀ ਸਾਂਝ ਪਾ ਲਈ ਹੈ ਅਤੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਨਿਊਟਨ ਦੇ ਨਿਯਮ ਨੂੰ ਜੜਤਾ ਦਾ ਨਿਯਮ ਕਿਉਂ ਕਿਹਾ ਜਾਂਦਾ ਹੈ। ਨਿਊਟਨਸ ਫਸਟ ਲਾਅ ਆਫ ਮੋਸ਼ਨ ਇਜ਼ ਆਲਸੋ ਨੋਨ ਐਜ਼ ਲਾਅ ਆਫ ਇਨਰਸ਼ੀਆ। ਸੋ ਆਓ ਵਿਦਿਆਰਥੀਓ, ਆਪਾਂ ਹੁਣ ਜੜਤਾ ਨੂੰ ਸਮਝਣ ਲਈ ਕੁਝ ਖੇਡ ਰੂਪੀ ਕਿਰਿਆਵਾਂ ਕਰੀਏ। ਇਹ ਕਿਰਿਆਵਾਂ ਅਸੀਂ ਘਰ ਬੈਠੇ ਬਿਨਾਂ ਸਾਇੰਸ ਲੈਬੋਰੇਟਰੀ ਦੇ ਸਮਾਨ ਤੋਂ ਬੜੀ ਆਸਾਨੀ ਨਾਲ ਕਰ ਸਕਦੇ ਹਾਂ। ਕਿਰਿਆ ਨੰਬਰ 1, ਸਭ ਤੋਂ ਪਹਿਲਾਂ ਕੱਚ ਦਾ ਇੱਕ ਖਾਲੀ ਗਲਾਸ ਲਓ। ਇਸ ਨੂੰ ਸਮਤਲ ਮੇਜ਼ ਉੱਤੇ ਰੱਖ ਦਿਓ। ਗਲਾਸ ਉੱਪਰ ਗੱਤੇ ਦਾ ਇੱਕ ਟੁਕੜਾ ਰੱਖੋ। ਗੱਤੇ ਦੇ ਟੁਕੜੇ ਦੇ ਉੱਪਰ ਇੱਕ ਸਿੱਕਾ ਰੱਖੋ। ਗੱਤੇ ਦੇ ਟੁਕੜੇ ਨੂੰ ਉਂਗਲੀ ਨਾਲ ਤੇਜ਼ ਗਤੀ ਨਾਲ ਲੇਟਵੀਂ ਦਿਸ਼ਾ ਵਿੱਚ ਇੱਕ ਤੇਜ਼ ਝਟਕਾ ਦਿਓ। ਬੱਚਿਓ, ਤੁਸੀਂ ਦੇਖੋਗੇ ਕਿ ਗੱਤਾ ਤੇਜ਼ੀ ਨਾਲ ਅੱਗੇ ਚਲਾ ਜਾਂਦਾ ਹੈ ਅਤੇ ਗੱਤੇ ਤੇ ਪਿਆ ਸਿੱਕਾ ਆਪਣੀ ਵਿਰਾਮ ਜੜਤਾ ਕਾਰਨ ਗਲਾਸ ਵਿੱਚ ਡਿੱਗ ਪੈਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਗੱਤੇ ਦੇ ਹਟਣ ਤੋਂ ਬਾਅਦ ਵੀ ਸਿੱਕਾ ਆਪਣੀ ਵਿਰਾਮ ਅਵਸਥਾ ਉਸੇ ਜਗ੍ਹਾ ਤੇ ਬਣਾਈ ਰੱਖਣਾ ਚਾਹੁੰਦਾ ਸੀ ਅਤੇ ਉਹ ਗੱਤਾ ਹਟਣ ਤੋਂ ਬਾਅਦ ਗਲਾਸ ਵਿੱਚ ਗਿਰ ਗਿਆ। ਕਿਰਿਆ ਨੰਬਰ 2, ਬੱਚਿਓ, ਤੁਸੀਂ ਸਭ ਨੇ ਆਪਣੇ ਘਰ ਵਿੱਚ ਕੈਰਮ ਬੋਰਡ ਤੇ ਜ਼ਰੂਰ ਖੇਡਿਆ ਹੋਵੇਗਾ। ਆਓ ਕੈਰਮ ਬੋਰਡ ਦੀ ਸਹਾਇਤਾ ਨਾਲ ਜੜਤਾ ਨੂੰ ਹੋਰ ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਕੈਰਮ ਬੋਰਡ ਲਓ। ਉਸ ਦੀ ਸਤ੍ਹਾ ਤੇ ਪਾਊਡਰ ਪਾ ਕੇ ਰਗੜ ਬਲ ਘੱਟ ਕਰੋ। ਹੁਣ ਕੈਰਮ ਦੀਆਂ ਗੀਟੀਆਂ ਨੂੰ ਇੱਕ ਦੇ ਉੱਤੇ ਇੱਕ ਰੱਖ ਕੇ ਇੱਕ ਢੇਰੀ ਬਣਾ ਲਓ। ਇਹ ਸਾਰੀਆਂ ਗੀਟੀਆਂ ਦੀ ਢੇਰੀ ਇੱਕ ਸੈਂਟਰ ਵਿੱਚ ਬਣਾ ਲੈਣੀ ਆ ਕੈਰਮ ਬੋਰਡ ਦੇ। ਹੁਣ ਸਟਰਾਈਕਰ ਨਾਲ ਢੇਰੀ ਦੀ ਸਭ ਤੋਂ ਹੇਠਾਂ ਵਾਲੀ ਗੀਟੀ ਨੂੰ ਤੇਜ਼ੀ ਨਾਲ ਸਟਰਾਈਕ ਕਰੋ ਕਿ ਸਿਰਫ ਹੇਠਾਂ ਵਾਲੀ ਗੀਟੀ ਹੀ ਬਾਹਰ ਆਉਂਦੀ ਹੈ ਅਤੇ ਢੇਰੀ ਆਪਣੀ ਜੜਤਾ ਦੇ ਕਾਰਨ ਉਵੇਂ ਹੀ ਖੜੀ ਰਹਿੰਦੀ ਹੈ। ਆਓ ਹੁਣ ਗਤੀ ਦੇ ਦੂਜੇ ਨਿਯਮ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਆਓ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਤੇ ਝਾਤ ਮਾਰੀਏ। ਵਿਦਿਆਰਥੀਓ, ਤੁਸੀਂ ਸਾਰਿਆਂ ਨੇ ਟੀਵੀ ਉੱਪਰ ਜਾਂ ਖੇਡ ਮੈਦਾਨ ਵਿੱਚ ਟੇਬਲ ਟੈਨਿਸ ਅਤੇ ਕ੍ਰਿਕਟ ਦੇ ਮੈਚ ਤਾਂ ਜ਼ਰੂਰ ਹੀ ਵੇਖੇ ਹੋਣਗੇ। ਟੇਬਲ ਟੈਨਿਸ ਦੀ ਖੇਡ ਦੌਰਾਨ ਜੇਕਰ ਗੇਂਦ ਖਿਡਾਰੀ ਦੇ ਸਰੀਰ ਨਾਲ ਟਕਰਾਉਂਦੀ ਹੈ ਤਾਂ ਉਸ ਨੂੰ ਬਹੁਤ ਮਾਮੂਲੀ ਜਾਂ ਬਿਲਕੁਲ ਸੱਟ ਨਹੀਂ ਲੱਗਦੀ, ਪਰ ਕ੍ਰਿਕਟ ਵਿੱਚ ਤੇਜ਼ ਰਫ਼ਤਾਰ ਗੇਂਦ ਕਿਸੇ ਦਰਸ਼ਕ ਜਾਂ ਖਿਡਾਰੀ ਨੂੰ ਗੰਭੀਰ ਚੋਟਲ ਕਰ ਸਕਦੀ ਹੈ। ਇੱਕ
ਵਿਰਾਮ ਅਵਸਥਾ ਵਿੱਚ ਸੜਕ ਤੇ ਖੜੇ ਟਰੱਕ ਤੋਂ ਕੋਈ ਦੁਰਘਟਨਾ ਨਹੀਂ ਹੁੰਦੀ, ਪਰ ਉਹੀ ਟਰੱਕ ਜੇ ਹੌਲੀ ਜਿਹੇ ਵੀ ਕਿਸੇ ਵਿਅਕਤੀ ਨਾਲ ਟਕਰਾਉਂਦਾ ਹੈ ਤਾਂ ਉਸ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਦੀ ਗੱਲ ਕਰੀਏ, ਇੱਕ ਛੋਟੇ ਜਿਹੇ ਪੁੰਜ ਵਾਲੀ ਗੋਲੀ, ਇੱਕ ਥੋੜ੍ਹੇ ਜਿਹੇ ਪੁੰਜ ਵਾਲੀ ਗੋਲੀ ਜੇ ਤੇਜ਼ੀ ਨਾਲ ਬੰਦੂਕ ਵਿੱਚੋਂ ਨਿਕਲੇ ਤਾਂ ਉਹ ਵੀ ਕਿਸੇ ਵਿਅਕਤੀ ਜਾਂ ਜਾਨਵਰ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਹਨਾਂ ਤਿੰਨਾਂ ਘਟਨਾਵਾਂ ਵਿੱਚ ਸੱਟ ਦਾ ਲੱਗਣਾ ਜਾਂ ਨਾ ਲੱਗਣਾ ਵਸਤੂ ਦੇ ਟੱਕਰ ਦੇ ਪ੍ਰਭਾਵ 'ਤੇ ਨਿਰਭਰ ਕਰਦਾ ਹੈ, ਜਿਸ ਨੂੰ ਅਸੀਂ ਅਮਾਊਂਟ ਆਫ ਮੋਸ਼ਨ ਵੀ ਕਹਿੰਦੇ ਹਾਂ। ਵਸਤੂ ਦੇ ਟੱਕਰ ਦੇ ਪ੍ਰਭਾਵ 'ਤੇ ਨਿਰਭਰ ਕਰਦਾ ਹੈ ਕਿ ਇਹਨਾਂ ਤਿੰਨਾਂ ਘਟਨਾਵਾਂ ਵਿੱਚ ਕਿਸ ਕੇਸ ਵਿੱਚ ਸੱਟ ਲੱਗੇਗੀ ਜਾਂ ਨਹੀਂ ਲੱਗੇਗੀ। ਟੱਕਰ ਦੇ ਪ੍ਰਭਾਵ ਦਾ ਭਾਵ ਹੈ ਕਿ ਇਹ ਵਸਤੂ ਦੇ ਪੁੰਜ M ਅਤੇ ਵੇਗ V 'ਤੇ ਨਿਰਭਰ ਕਰਦਾ ਹੈ। ਵਸਤੂ ਦੇ ਪੁੰਜ M ਅਤੇ ਵੇਗ V ਦੇ ਗੁਣਨਫਲ ਨੂੰ ਨਿਊਟਨ ਨੇ ਸੰਵੇਗ ਜਾਂ ਮੋਮੈਂਟਮ ਦਾ ਨਾਂ ਦਿੱਤਾ, ਜਿਸ ਨੂੰ ਕਿ P ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਲਈ ਅਸੀਂ ਲਿਖ ਸਕਦੇ ਹਾਂ ਕਿ P ਬਰਾਬਰ ਹੈ M ਗੁਣਾ V। ਸੰਵੇਗ ਦੇ ਪ੍ਰਮਾਣ ਅਤੇ ਦਿਸ਼ਾ ਦੋਵੇਂ ਹੀ ਹੁੰਦੇ ਹਨ। ਸੰਵੇਗ ਦੀ ਦਿਸ਼ਾ ਉਹ ਹੁੰਦੀ ਹੈ ਜੋ ਵੇਗ V ਦੀ ਦਿਸ਼ਾ ਹੁੰਦੀ ਹੈ, ਕਿਉਂਕਿ ਮਾਸ ਦਾ SI ਯੂਨਿਟ ਕਿਲੋਗ੍ਰਾਮ ਹੁੰਦਾ ਹੈ ਤੇ ਵੇਗ ਦਾ SI ਯੂਨਿਟ ਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਸੋ ਸੰਵੇਗ ਦਾ SI ਯੂਨਿਟ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਆਓ ਵਿਦਿਆਰਥੀਓ, ਹੁਣ ਇੱਕ ਇਹੋ ਜਿਹੀ ਸਥਿਤੀ 'ਤੇ ਵਿਚਾਰ ਕਰੀਏ ਜਿਸ ਵਿੱਚ ਇੱਕ ਖਰਾਬ ਬੈਟਰੀ ਵਾਲੀ ਕਾਰ ਨੂੰ ਧੱਕਾ ਦੇ ਕੇ ਸਟਾਰਟ ਕਰਨਾ ਹੈ। ਮੰਨ ਲਓ ਤੁਸੀਂ ਅਤੇ ਤੁਹਾਡੇ ਦੋਸਤ ਉਸ ਕਾਰ ਨੂੰ ਧੱਕਾ ਮਾਰਨ ਜਾਂਦੇ ਹੋ। ਤੁਸੀਂ ਅਤੇ ਤੁਹਾਡੇ ਦੋਸਤ ਕਾਰ ਨੂੰ ਕੁਝ ਸਕਿੰਟ ਧੱਕਾ ਮਾਰਦੇ ਹੋ ਤੇ ਕਾਰ ਸਟਾਰਟ ਨਹੀਂ ਹੁੰਦੀ। ਹੁਣ ਤੁਹਾਨੂੰ ਕੋਈ ਸਲਾਹ ਦਿੰਦਾ ਹੈ ਕਿ ਕਾਰ ਨੂੰ ਕੁਝ ਸਮਾਂ ਜ਼ਿਆਦਾ ਲਈ ਧੱਕਾ ਮਾਰਿਆ ਜਾਵੇ। ਤੁਸੀਂ ਵੇਖੋਗੇ ਕਿ ਥੋੜ੍ਹਾ ਜ਼ਿਆਦਾ ਸਮਾਂ ਧੱਕਾ ਮਾਰਨ ਤੋਂ ਬਾਅਦ ਕਾਰ ਪ੍ਰਵੇਗਿਤ ਹੋ ਜਾਂਦੀ ਹੈ ਅਤੇ ਚੱਲ ਪੈਂਦੀ ਹੈ। ਹੁਣ ਦੋਵਾਂ ਕੇਸਾਂ ਵਿੱਚ ਤੁਸੀਂ ਅਤੇ ਤੁਹਾਡੇ ਮਿੱਤਰਾਂ ਨੇ ਬਰਾਬਰ ਬਲ ਲਗਾਇਆ, ਪਰ ਦੂਜੇ ਕੇਸ ਵਿੱਚ ਤੁਸੀਂ ਵੱਧ ਸਮੇਂ ਲਈ ਬਲ ਲਗਾਇਆ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਾਰ ਦੇ ਸੰਵੇਗ ਵਿੱਚ ਪਰਿਵਰਤਨ ਕੇਵਲ ਬਲ ਦੀ ਮਾਤਰਾ 'ਤੇ ਹੀ ਡਿਪੈਂਡ ਨਹੀਂ ਕਰਦਾ, ਪਰੰਤੂ ਉਸ ਸਮੇਂ 'ਤੇ ਵੀ ਡਿਪੈਂਡ ਕਰਦਾ ਹੈ ਜਿਸ ਸਮੇਂ ਲਈ ਬਲ ਲਗਾਇਆ ਗਿਆ ਹੋਵੇ। ਗਤੀ ਦਾ ਦੂਜਾ ਨਿਯਮ ਵੀ ਇਹੋ ਹੀ ਬਿਆਨ ਕਰਦਾ ਹੈ। ਗਤੀ ਦੇ ਦੂਜੇ ਨਿਯਮ ਅਨੁਸਾਰ, ਜਿਵੇਂ ਕਿ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਗਏ ਬਾਹਰੀ ਅਸੰਤੁਲਿਤ ਬਲ ਦੀ ਦਿਸ਼ਾ ਦੇ ਸਮਾਨ ਅਨੁਪਾਤੀ ਹੁੰਦਾ ਹੈ। F ਸਮਾਨ ਅਨੁਪਾਤੀ ਹੈ P2 ਮਾਈਨਸ P1 ਓਵਰ T। ਇੱਥੇ P1 ਪਹਿਲੇ ਸੰਵੇਗ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ P2 T ਸਮੇਂ ਤੱਕ ਲਗਾਏ ਗਏ ਸੰਵੇਗ ਨੂੰ ਪ੍ਰਦਰਸ਼ਿਤ ਕਰਦਾ ਹੈ। ਸੋ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਨਿਊਟਨ ਦੇ ਦੂਜੇ ਨਿਯਮ ਨਾਲ ਹੁਣ ਤੱਕ ਸਾਂਝ ਪਾ ਲਈ ਹੈ। ਆਓ ਅਸੀਂ ਹੁਣ ਨਿਊਟਨ ਦੇ ਗਤੀ ਨਿਯਮ ਨੂੰ ਮੈਥੇਮੈਟੀਕਲ ਡੈਰੀਵੇਸ਼ਨ ਦੇ ਥਰੂ ਸੂਤਰ ਬਣਾ ਕੇ ਵੇਖੀਏ। ਸਾਰੇ ਵਿਦਿਆਰਥੀ ਇਸ ਮੈਥੇਮੈਟੀਕਲ ਡੈਰੀਵੇਸ਼ਨ ਨੂੰ ਬੜੇ ਧਿਆਨ ਨਾਲ ਵਾਚਣਗੇ, ਕਿਉਂਕਿ ਇਸ ਤੋਂ ਜਿਹੜਾ ਅਸੀਂ ਫਾਰਮੂਲਾ ਡਰਾਈਵ ਕਰਨ ਜਾ ਰਹੇ ਹਾਂ ਉਸ ਨੂੰ ਅਭਿਆਸ ਦੇ ਕਈ ਤਰ੍ਹਾਂ ਦੇ ਨਿਊਮੈਰੀਕਲ ਸੋਲਵ ਕਰਨ ਲਈ ਵਰਤਾਂਗੇ। ਮੰਨ ਲਓ ਇੱਕ ਵਸਤੂ ਹੈ ਜਿਸ ਦਾ ਪੁੰਜ M ਹੈ। ਇਹ ਵਸਤੂ ਮੁੱਢਲੇ ਵੇਗ u ਨਾਲ ਇੱਕ ਸਰਲ ਰੇਖੀ ਪਥ 'ਤੇ ਚੱਲ ਰਹੀ ਹੈ। T ਸਮੇਂ ਤੱਕ ਇੱਕ ਨਿਸ਼ਚਿਤ ਬਲ F ਲਗਾਉਣ ਨਾਲ ਉਸ ਵਸਤੂ ਦਾ ਵੇਗ v ਹੋ ਜਾਂਦਾ ਹੈ। ਉਸ ਵਸਤੂ ਦਾ ਮੁੱਢਲਾ ਸੰਵੇਗ ਇਨੀਸ਼ੀਅਲ ਮੋਮੈਂਟਮ P1 ਇਕੁਅਲਸ ਟੂ M ਗੁਣਾ u। ਉਸ ਵਸਤੂ ਦਾ ਅੰਤਿਮ ਸੰਵੇਗ ਫਾਈਨਲ ਮੋਮੈਂਟਮ P2 ਇਕੁਅਲਸ ਟੂ M ਗੁਣਾ v।
ਸੰਵੇਗ ਵਿੱਚ ਪਰਿਵਰਤਨ ਬਰਾਬਰ ਹੈ ਅੰਤਿਮ ਸੰਵੇਗ ਮਾਈਨਸ ਮੁੱਢਲਾ ਸੰਵੇਗ ਬਰਾਬਰ ਹੈ P2 ਮਾਈਨਸ P1 ਬਰਾਬਰ ਹੈ P2 ਦਾ ਮੁੱਲ ਭਰਨ ਤੇ MV ਮਾਈਨਸ P1 ਦਾ ਮੁੱਲ ਭਰਨ ਤੇ MU ਬਰਾਬਰ ਹੈ M ਕਾਮਨ V ਮਾਈਨਸ U। ਇਸ ਲਈ T ਸਮੇਂ ਤੱਕ ਸੰਵੇਗ ਵਿੱਚ ਪਰਿਵਰਤਨ ਦੀ ਦਰ ਬਰਾਬਰ ਹੈ ਸੰਵੇਗ ਵਿੱਚ ਪਰਿਵਰਤਨ ਬਟਾ ਸਮਾਂ T ਬਰਾਬਰ ਹੈ M ਬ੍ਰੈਕਟ ਸਟਾਰਟ V ਮਾਈਨਸ U ਬ੍ਰੈਕਟ ਬੰਦ ਓਵਰ T। ਇਸ ਨੂੰ ਲਗਾਇਆ ਗਿਆ ਬਲ FV ਕਿਹਾ ਜਾਂਦਾ ਹੈ ਭਾਵ ਕਿ F ਬਰਾਬਰ ਹੈ M V ਮਾਈਨਸ U ਓਵਰ T। ਹੁਣ ਕਿਉਂਕਿ V ਮਾਈਨਸ U ਓਵਰ T ਨੂੰ ਅਸੀਂ A ਨਾਲ ਭਾਵ ਪ੍ਰਵੇਗ ਨਾਲ ਦਰਸਾਉਂਦੇ ਹਾਂ ਇਸ ਕਰਕੇ F ਬਰਾਬਰ ਹੈ M ਗੁਣਾ A। ਇਹ ਸਾਡਾ ਮੇਨ ਫਾਰਮੂਲਾ ਡਰਾਈਵ ਹੋ ਚੁੱਕਾ ਆ ਫੋਰਸ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਫੋਰਸ ਬਰਾਬਰ ਹੈ ਪੁੰਜ ਗੁਣਾ ਪ੍ਰਵੇਗ। ਆਓ ਅਸੀਂ ਹੁਣ ਬਲ ਦਾ ਮਾਤਰਕ ਵੇਖਦੇ ਹਾਂ ਕਿਉਂਕਿ F ਬਰਾਬਰ ਹੈ M ਗੁਣਾ A ਅਤੇ ਸਾਨੂੰ ਪਤਾ ਹੈ ਕਿ ਪੁੰਜ M ਦਾ ਮਾਤਰਕ ਕਿਲੋਗ੍ਰਾਮ ਹੈ ਅਤੇ ਪ੍ਰਵੇਗ A ਦਾ ਮਾਤਰਕ ਮੀਟਰ ਪ੍ਰਤੀ ਸੈਕਿੰਡ ਸਕੁਅਰ ਹੈ। ਸੋ ਬਲ F ਦਾ ਮਾਤਰਕ ਬਰਾਬਰ ਹੈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਸਕੁਅਰ ਜਿਸ ਨੂੰ ਕਿ ਅਸੀਂ N ਨਾਲ ਵੀ ਪ੍ਰਦਰਸ਼ਿਤ ਕਰਦੇ ਹਾਂ ਕਿਉਂਕਿ ਇਸ ਦੀ ਖੋਜ ਨਿਊਟਨ ਨੇ ਕੀਤੀ ਸੀ ਇਸ ਕਰਕੇ ਨਿਊਟਨ ਦੇ ਨਾਮ ਤੇ ਇਸ ਦਾ ਯੂਨਿਟ ਰੱਖ ਦਿੱਤਾ ਗਿਆ ਹੈ N। ਵਿਦਿਆਰਥੀਓ ਬਲ ਦਾ SI ਮਾਤਰਕ ਹੋ ਗਿਆ ਨਿਊਟਨ। ਆਓ ਅਸੀਂ ਹੁਣ ਨਿਊਟਨ ਨੂੰ ਪਰਿਭਾਸ਼ਿਤ ਕਰੀਏ। ਸਾਨੂੰ ਪਤਾ ਹੈ F ਬਰਾਬਰ ਹੈ MA। ਜੇ ਅਸੀਂ M ਦਾ ਮਾਨ 1 ਕਿਲੋਗ੍ਰਾਮ ਲੈਂਦੇ ਹਾਂ ਅਤੇ A ਦਾ ਮਾਨ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਲੈਂਦੇ ਹਾਂ ਤੇ ਸਾਡੇ ਕੋਲ F ਬਰਾਬਰ ਹੈ 1 ਕਿਲੋਗ੍ਰਾਮ ਗੁਣਾ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਬਰਾਬਰ ਹੈ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਸਕੁਅਰ ਤੇ ਸਾਨੂੰ ਪਤਾ ਹੈ ਕਿ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਸਕੁਅਰ ਨੂੰ ਅਸੀਂ ਇੱਕ ਨਿਊਟਨ ਵੀ ਕਹਿ ਸਕਦੇ ਹਾਂ। ਸੋ 1 ਨਿਊਟਨ ਬਲ ਉਹ ਮਾਤਰਾ ਹੁੰਦੀ ਹੈ ਜੋ 1 ਕਿਲੋਗ੍ਰਾਮ ਪੁੰਜ ਵਾਲੀ ਵਸਤੂ ਵਿੱਚ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਦਾ ਪ੍ਰਵੇਗ ਪੈਦਾ ਕਰਦੀ ਹੈ। ਇਹ ਸੀ ਨਿਊਟਨ ਦਾ ਦੂਸਰਾ ਗਤੀ ਦਾ ਨਿਯਮ। ਆਓ ਵਿਦਿਆਰਥੀਓ ਹੁਣ ਅਸੀਂ ਨਿਊਟਨ ਦੇ ਤੀਸਰੇ ਗਤੀ ਦੇ ਨਿਯਮ ਨਾਲ ਜਾਣ ਪਛਾਣ ਬਣਾਈਏ। ਬੱਚਿਓ ਤੁਸੀਂ ਸਭ ਨੇ ਰਬੜ ਦੀ ਗੇਂਦ ਨੂੰ ਕੰਧ ਨਾਲ ਤੇ ਜ਼ਰੂਰ ਮਾਰਿਆ ਹੋਵੇਗਾ ਤੇ ਤੁਸੀਂ ਵੇਖਿਆ ਵੀ ਹੋਵੇਗਾ ਕਿ ਰਬੜ ਦੀ ਗੇਂਦ ਨੂੰ ਜਦੋਂ ਅਸੀਂ ਕੰਧ ਨਾਲ ਮਾਰਦੇ ਹਾਂ ਤੇ ਫਿਰ ਵਾਪਸ ਸਾਡੇ ਵੱਲ ਨੂੰ ਆ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਵਿਦਿਆਰਥੀਓ ਇਹ ਨਿਊਟਨ ਦੇ ਤੀਸਰੇ ਨਿਯਮ ਕਰਕੇ ਹੁੰਦਾ ਹੈ। ਇਹ ਹੀ ਨਿਊਟਨ ਦਾ ਤੀਸਰਾ ਨਿਯਮ ਹੈ। ਨਿਊਟਨ ਦਾ ਤੀਸਰਾ ਨਿਯਮ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜਦੋਂ ਇੱਕ ਵਸਤੂ ਦੂਜੀ ਵਸਤੂ ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸ ਸਮੇਂ ਪਹਿਲੀ ਵਸਤੂ ਤੇ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰ ਦਿਸ਼ਾ ਵਿੱਚ ਉਲਟ ਹੁੰਦੇ ਹਨ। ਇਹ ਹੀ ਨਿਊਟਨ ਦਾ ਤੀਜਾ ਨਿਯਮ ਹੈ। ਆਓ ਆਪਾਂ ਇੱਕ ਦੋ ਉਦਾਹਰਨਾਂ ਦੇ ਨਾਲ ਇਸ ਨੂੰ ਹੋਰ ਸੌਖਾ ਸਮਝਣ ਦਾ ਯਤਨ ਕਰੀਏ। ਜਦੋਂ ਇੱਕ ਬੱਚਾ ਫੁੱਟਬਾਲ ਨੂੰ ਦੀਵਾਰ ਤੇ 20 ਨਿਊਟਨ ਬਲ ਨਾਲ ਕਿੱਕ ਮਾਰਦਾ ਹੈ ਤਾਂ ਦੀਵਾਰ ਵਾਪਸ ਫੁੱਟਬਾਲ ਤੇ 20 ਨਿਊਟਨ ਬਲ ਲਗਾਉਂਦੀ ਹੈ ਪਰ ਦੋਨਾਂ ਦੇ ਬਲ ਲਗਾਉਣ ਦੀ ਦਿਸ਼ਾ ਉਲਟ ਹੈ। ਬੱਚਿਓ ਆਓ ਇੱਕ ਬੜਾ ਹੀ ਰੌਚਕ ਤੱਥ ਸਮਝੀਏ। ਅਸੀਂ ਸਾਰੇ ਧਰਤੀ ਤੇ ਚੱਲ ਸਕਦੇ ਹਾਂ, ਸਾਨੂੰ ਸਭ ਨੂੰ ਪਤਾ ਹੈ, ਪਰ ਕਦੇ ਸੋਚਿਆ ਕਿ ਅਸੀਂ ਅਜਿਹਾ ਕਿਵੇਂ ਕਰ ਪਾਉਂਦੇ ਹਾਂ? ਕੀ ਇਹ ਸਾਡੀ ਮਸਕੂਲਰ ਫੋਰਸ ਹੈ ਜਾਂ ਮਾਸਪੇਸ਼ੀਆਂ ਦਾ ਬਲ ਹੈ ਜੋ ਅਸੀਂ ਸੜਕ ਤੇ ਲਗਾਉਂਦੇ ਹਾਂ ਤੇ ਅਸੀਂ ਤੁਰ ਸਕਦੇ ਹਾਂ? ਨਹੀਂ, ਬਿਲਕੁਲ ਨਹੀਂ। ਅਸਲ ਵਿੱਚ ਇੱਥੇ ਇੱਕ ਹੋਰ ਵਰਤਾਰਾ ਵਾਪਰਦਾ ਹੈ। ਤੁਸੀਂ ਸੜਕ ਨੂੰ ਪੈਰਾਂ ਨਾਲ ਪਿੱਛੇ ਵੱਲ ਧੱਕਾ ਮਾਰਦੇ ਹੋ ਅਤੇ ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਤੇ ਲਗਾਉਂਦੀ ਹੈ ਜਿਸ ਨਾਲ ਤੁਸੀਂ ਗਤੀ ਕਰ ਸਕਦੇ ਹੋ। ਵੇਖਿਆ, ਇੱਕ ਨਵੀਂ ਰੌਚਕ ਤੱਥ ਤੁਸੀਂ ਜਾਣਿਆ। ਹੁਣ ਬੱਚਿਓ
ਮੈਂ 2 ਸਵਾਲ ਤੁਹਾਡੇ ਲਈ ਛੱਡ ਕੇ ਜਾਣੇ ਆ। ਇਸ ਪੀਰੀਅਡ ਤੋਂ ਬਾਅਦ ਤੁਸੀਂ ਉਹਨਾਂ ਤੇ ਸੋਚਣਾ ਤੇ ਹੱਲ ਕਰਕੇ ਕਾਪੀ 'ਚ ਲਿਖਣੇ ਆ। ਇੱਕ ਇਹ ਕਿ ਜਦੋਂ ਬੰਦੂਕ ਨਾਲ ਗੋਲੀ ਚਲਾਉਂਦੇ ਆ ਤੇ ਬੰਦੂਕ ਪਿੱਛੇ ਨੂੰ ਝਟਕਾ ਕਿਉਂ ਮਾਰਦੀ ਆ। ਪਹਿਲਾ ਸਵਾਲ ਇਹ, ਜਦੋਂ ਬੰਦੂਕ ਨਾਲ ਕੋਈ ਨਿਸ਼ਾਨਚੀ ਗੋਲੀ ਚਲਾਉਂਦਾ ਹੈ ਤਾਂ ਬੰਦੂਕ ਪਿੱਛੇ ਵੱਲ ਨੂੰ ਝਟਕਾ ਕਿਉਂ ਮਾਰਦੀ ਹੈ। ਅਤੇ ਦੂਸਰਾ ਸਵਾਲ, ਬੇੜੀ ਜਾਂ ਕਿਸ਼ਤੀ ਚਲਾਉਣ ਵੇਲੇ ਮਲਾਹ ਸਾਇੰਸ ਦੇ ਕਿਸ ਨਿਯਮ ਦਾ ਪ੍ਰਯੋਗ ਕਰਦਾ ਹੈ। ਵਿਦਿਆਰਥੀਓ, ਇਹ 2 ਸਵਾਲ ਤੁਸੀਂ ਸੋਚਣੇ ਆ ਤੇ ਆਪਣੀ ਕਾਪੀਆਂ 'ਚ ਨੋਟ ਕਰਨੇ ਆ। ਬੜੇ ਹੀ ਤਰਕ ਨਾਲ ਆਨਸਰ ਦੇਣਾ ਇਸ ਚੀਜ਼ ਦਾ। ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ ਨਿਊਟਨ ਦੇ ਤਿੰਨੇ ਨਿਯਮ, ਨਿਊਟਨਸ ਫਸਟ ਲਾਅ ਆਫ ਮੋਸ਼ਨ, ਸੈਕੰਡ ਲਾਅ ਆਫ ਮੋਸ਼ਨ ਐਂਡ ਥਰਡ ਲਾਅ ਆਫ ਮੋਸ਼ਨ ਅਤੇ ਜੜਤਾ ਬਾਰੇ ਬੜੇ ਹੀ ਵਧੀਆ ਤਰੀਕੇ ਨਾਲ ਸਿੱਖ ਚੁੱਕੇ ਹਾਂ। ਹੁਣ ਅਸੀਂ ਆਪਣੇ ਟੌਪਿਕ ਦਾ ਲਾਸਟ ਹਿੱਸਾ ਕਰਨ ਜਾ ਰਹੇ ਹਾਂ, ਸੰਵੇਗ ਸੁਰੱਖਿਅਣ ਦਾ ਨਿਯਮ। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੋ ਰਿਹਾ ਹੈ, ਸੰਵੇਗ ਸੁਰੱਖਿਅਣ ਦੇ ਨਿਯਮ ਤੋਂ ਕਲੀਅਰ ਹੋ ਰਹੀ ਹੈ ਗੱਲ ਕਿ ਕਿਸੇ ਵੀ ਘਟਨਾ ਦੌਰਾਨ ਟੋਟਲ ਸੰਵੇਗ ਹਮੇਸ਼ਾ ਸੁਰੱਖਿਅਤ ਰਹੇਗਾ। ਸਪੋਜ਼ ਕਰ ਲਓ 2 ਆਬਜੈਕਟ ਆਪਸ 'ਚ ਟਕਰਾਉਂਦੇ ਆ, ਟਕਰਾਉਣ ਤੋਂ ਪਹਿਲਾਂ ਅਤੇ ਟਕਰਾਉਣ ਤੋਂ ਬਾਅਦ ਉਹਨਾਂ ਦੋਵਾਂ ਆਬਜੈਕਟਸ ਦਾ, ਦੋਵਾਂ ਵਸਤੂਆਂ ਦਾ ਸੰਵੇਗ ਹਮੇਸ਼ਾ ਬਰਾਬਰ ਰਹੇਗਾ। ਮੰਨ ਲਓ 2 ਵਸਤੂਆਂ A ਅਤੇ B ਹਨ। A ਦਾ ਪੁੰਜ MA ਹੈ ਅਤੇ B ਦਾ ਪੁੰਜ MB ਹੈ। ਦੋਵੇਂ ਵਸਤੂਆਂ ਇੱਕੋ ਹੀ ਸਰਲ ਰੇਖਾ 'ਤੇ ਮੁੱਢਲੀ ਸਪੀਡ UA ਅਤੇ UB ਨਾਲ ਗਤੀ ਕਰ ਰਹੀਆਂ ਹਨ। ਭਾਵ ਕਿ ਵਸਤੂ A ਦੀ ਸਪੀਡ UA ਹੈ ਅਤੇ ਵਸਤੂ B ਦੀ ਸਪੀਡ UB ਹੈ। ਦੋਨੋਂ ਉੱਪਰ ਕੋਈ ਵੀ ਹੋਰ ਬਲ ਕਾਰਜ ਨਹੀਂ ਕਰ ਰਿਹਾ। ਮੰਨ ਲਓ UA UB ਤੋਂ ਜ਼ਿਆਦਾ ਹੈ ਅਤੇ ਦੋਨਾਂ ਗੇਂਦਾਂ ਕੁਝ ਸਮੇਂ T ਬਾਅਦ ਆਪਸ ਵਿੱਚ ਟਕਰਾਉਂਦੀਆਂ ਹਨ। ਟਕਰਾਉਣ ਤੋਂ ਬਾਅਦ ਗੇਂਦ A ਗੇਂਦ B ਉੱਪਰ FAB ਬਲ ਲਗਾਉਂਦੀ ਹੈ ਅਤੇ ਗੇਂਦ B ਗੇਂਦ A ਉੱਪਰ FBA ਬਲ ਲਗਾਉਂਦੀ ਹੈ। ਟੱਕਰ ਹੋਣ ਤੋਂ ਬਾਅਦ ਗੇਂਦ A ਦਾ ਵੇਗ VA ਹੋ ਜਾਂਦਾ ਹੈ ਅਤੇ ਗੇਂਦ B ਦਾ ਵੇਗ VB ਹੋ ਜਾਂਦਾ ਹੈ। ਸੋ ਵਿਦਿਆਰਥੀਓ, ਟਕਰਾਉਣ ਸਮੇਂ A ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਬਰਾਬਰ ਹੈ MA ਬ੍ਰੈਕਟ ਸਟਾਰਟ VA ਮਾਈਨਸ UA ਓਵਰ T, ਜਿਸ ਨੂੰ ਕਿ ਅਸੀਂ FAB ਵੀ ਕਹਿ ਸਕਦੇ ਹਾਂ, ਅਤੇ ਟਕਰਾਉਣ ਸਮੇਂ B ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਬਰਾਬਰ ਹੈ MB ਬ੍ਰੈਕਟ ਸਟਾਰਟ VB ਮਾਈਨਸ UB ਓਵਰ T, ਜਿਸ ਨੂੰ ਅਸੀਂ FBA ਵੀ ਕਹਿ ਸਕਦੇ ਹਾਂ। ਗਤੀ ਦੇ ਤੀਸਰੇ ਨਿਯਮ ਅਨੁਸਾਰ ਗੇਂਦ A ਦੁਆਰਾ B ਤੇ ਲਗਾਇਆ ਗਿਆ ਬਲ FAB ਅਤੇ ਗੇਂਦ B ਦੁਆਰਾ ਗੇਂਦ A ਤੇ ਲਗਾਇਆ ਗਿਆ ਬਲ FBA ਬਰਾਬਰ ਅਤੇ ਉਲਟ ਹੋਣਗੇ। ਇਸ ਦਾ ਮਤਲਬ ਹੈ FAB ਬਰਾਬਰ ਹੈ ਮਾਈਨਸ FBA। FAB ਤੇ FBA ਦਾ ਮੁੱਲ ਭਰਨ ਤੋਂ ਬਾਅਦ ਸਾਡੇ ਕੋਲ ਇਕੁਏਸ਼ਨ ਬਣ ਜਾਂਦੀ ਹੈ MA VA ਮਾਈਨਸ UA ਓਵਰ T equals to ਮਾਈਨਸ MB VB ਮਾਈਨਸ UB ਓਵਰ T। T ਕੈਂਸਲ, MA VA ਮਾਈਨਸ MA UA equals to ਮਾਈਨਸ MB VB ਪਲਸ MB UB। ਨੈਗੇਟਿਵ ਟਰਮਸ ਨੂੰ ਦੋਨੋਂ ਸਾਈਡ ਤੇ ਸ਼ਿਫਟ ਕਰਨ ਤੋਂ ਬਾਅਦ ਸਾਡੇ ਕੋਲ ਇਕੁਏਸ਼ਨ ਬਣ ਜਾਂਦੀ ਹੈ MA VA ਪਲਸ MB VB equals to MA UA ਪਲਸ MB UB। ਇਸ ਇਕੁਏਸ਼ਨ ਤੋਂ ਸਪਸ਼ਟ ਹੈ ਕਿ ਇੱਕ ਲੈਫਟ ਸਾਈਡ ਜਿਹੜੀ ਖੱਬੇ ਬੰਨੇ ਇਕੁਏਸ਼ਨ ਦੇ ਟਰਮ ਪਈ ਹੈ MA VA ਤੇ MB VB, ਇਹ ਅੰਤਿਮ ਸੰਵੇਗ ਹੈ ਘਟਨਾ ਤੋਂ ਬਾਅਦ ਦਾ, ਅਤੇ ਜਿਹੜੀ ਸੱਜੇ ਬੰਨੇ ਟਰਮ ਪਈ ਹੈ ਰਾਈਟ ਸਾਈਡ ਤੇ MA UA ਤੇ MB UB, ਇਹ ਦੋਵਾਂ ਦਾ ਸਮ ਇਨੀਸ਼ੀਅਲ ਮੋਮੈਂਟਮ ਹੈ। ਇਸ ਤੋਂ ਇਹ ਕਲੀਅਰ ਹੋ ਜਾਂਦੀ ਹੈ ਗੱਲ ਕਿ ਮੁੱਢਲਾ ਸੰਵੇਗ ਅਤੇ ਫਾਈਨਲ ਸੰਵੇਗ, ਮੁੱਢਲਾ ਸੰਵੇਗ ਤੇ ਅੰਤਿਮ ਸੰਵੇਗ, ਇਨੀਸ਼ੀਅਲ ਮੋਮੈਂਟਮ ਐਂਡ ਫਾਈਨਲ ਮੋਮੈਂਟਮ
ਔਰ ਆਲਵੇਜ਼ ਇਕੁਅਲ। ਇਹੀ ਸਾਡਾ ਸੰਵੇਗ ਦਾ ਸੁਰੱਖਿਅਣ ਨਿਯਮ ਹੈ। ਸੋ ਵਿਦਿਆਰਥੀਓ, ਇਸ ਚੈਪਟਰ ਦੇ ਵਿੱਚ ਅਸੀਂ ਜਿੰਨੀਆਂ ਵੀ ਗੱਲਾਂ ਸਿੱਖੀਆਂ, ਮੈਨੂੰ ਪੂਰੀ ਆਸ ਹੈ ਕਿ ਤੁਸੀਂ ਬੜੇ ਹੀ ਧਿਆਨਪੂਰਵਕ ਸਿੱਖੀਆਂ ਹੋਣਗੀਆਂ। ਸਾਰੇ ਵਿਦਿਆਰਥੀ ਇਹ ਪਾਠ ਪੜ੍ਹਨ ਤੋਂ ਬਾਅਦ ਇੱਕ ਵਾਰ ਕਿਤਾਬ ਵਿਚਲੇ ਕੁਐਸਚਨ ਆਨਸਰ ਦੇਣ ਦਾ ਆਪ ਯਤਨ ਕਰਿਓ। ਜੇ ਪ੍ਰੋਬਲਮ ਆਏਗੀ ਤਾਂ ਤੁਸੀਂ ਆਪਣੇ ਅਧਿਆਪਕਾਂ ਨਾਲ ਸੰਪਰਕ ਕਰ ਸਕਦੇ ਜੇ ਇਸ ਤੋਂ ਇਲਾਵਾ ਵੀ ਕੋਈ ਪ੍ਰੋਬਲਮ ਰਹਿ ਜਾਂਦੀ ਆ ਤਾਂ ਤੁਸੀਂ ਮੇਰੇ WhatsApp ਨੰਬਰ 9814615151 ਹਾਂਜੀ 9814615151 ਤੇ ਮੈਨੂੰ ਵੀ ਆਪਣੇ ਸਵਾਲ ਭੇਜ ਸਕਦੇ ਤੇ ਮੈਂ ਤੁਹਾਨੂੰ ਤੁਹਾਡੇ ਸਵਾਲ ਹੱਲ ਕਰਕੇ ਵਾਪਸ ਭੇਜ ਦਊਂਗਾ। ਮੈਂ ਚਰਨਪ੍ਰੀਤ ਸਿੰਘ, ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਜੌਲ ਨੰਗਲ, ਬਲਾਕ ਧਾਰੀਵਾਲ 1, ਡਿਸਟ੍ਰਿਕਟ ਗੁਰਦਾਸਪੁਰ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਲੈਕਚਰ ਨੂੰ ਬੜੇ ਹੀ ਧਿਆਨਪੂਰਵਕ ਸੁਣਿਆ। ਥੈਂਕ ਯੂ ਵੈਰੀ ਮੱਚ।